ਅਕਾਲੀ ਦਲ ਦੇ ਵੱਲੋਂ ਮਜੀਠੀਆ ਦੇ ਖਿਲਾਫ ਕੀਤੇ ਗਏ ਕੇਸ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਐਸਐਸਪੀ ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਗਏ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਸਰਕਾਰ ਮਜੀਠੀਆ ਨੂੰ ਗਲਤ ਤਰੀਕੇ ਦੇ ਨਾਲ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਡਰੱਗ ਕੇਸ ਦੇ ਵਿੱਚ ਐਸਐਸਪੀ ਦਫ਼ਤਰਾਂ ਦੇ ਅੱਗੇ ਅਕਾਲੀ ਦਲ ਪ੍ਰਦਰਸ਼ਨ ਕਰਦਾ ਨਜ਼ਰ ਆਇਆ ਹੈ। ਪੂਰੇ ਸੂਬੇ ਭਰ ਦੇ ਵਿੱਚ 7 ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਤਰਨਤਾਰਨ, ਖੰਨਾ, ਬਰਨਾਲਾ, ਸੰਗਰੂਰ, ਗੁਰਦਾਸਪੁਰ, ਜਲੰਧਰ, ਫਾਜ਼ਿਲਕਾ ਦੀਆਂ ਤੇ ਪੰਜਾਬ ਭਰ ਦੇ ਵਿੱਚ ਤਸਵੀਰਾਂ ਨਜ਼ਰ ਆਈਆਂ ਨੇ। ਡਰੱਗ ਕੇਸ ਦੇ ਵਿੱਚ सोमवार ਨੂੰ ਜਿਹੜੀ ਐਫਆਈਆਰ ਦਰਜ ਕੀਤੀ ਗਈ ਬਿਕਰਮ ਮਜੀਠੀਆ ਦੇ ਖਿਲਾਫ ਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਹੈ। ਹਾਲਾਂਕਿ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਵੀ ਅਰਜ਼ੀ ਲਗਾਈ ਹੈ। ਇੱਕ ਵਰਕਰ ਤਿਆਰ ਹੈ ਜਦੋਂ ਵੀ ਵੱਡੇ ਪੱਧਰ ਤੇ ਕੋਈ ਮੋਰਚਾ ਲਾਉਣ ਦਾ ਕੋਈ ਪ੍ਰੋਗਰਾਮ ਪਾਰਟੀ ਦਊਗੀ। ਸਵਾਈ ਦੇ ਵਰਕਰ ਬੀਐਸਪੀ ਦੇ ਸਾਡੇ ਜੁਝਾਰੂ ਵਰਕਰ ਸਾਹਿਬਾਨ ਗੁਲਜਾਰੀ ਮੋਨਗੀ ਸਾਡੇ ਸਤਿਕਾਰਯੋਗ ਬਾਬੂ ਪ੍ਰਕਾਸ਼ ਚੰਦ ਜੀ ਗਰਗ ਵੀ ਆਪਣੇ ਤੇ ਕਰ ਗਿਆ ਤੇ ਸੈਨੇ ਵੀ ਆਪਾਂ ਇਹਨਾਂ ਦੇ ਖਿਲਾਫ ਅੱਜ ਆਪਾਂ ਉਹਦੇ ਇਕਜੁੱਟ ਹੋਏ ਆ। ਜੋ ਬਿੰਦਰਜੀਤ ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਇੱਕ ਵਰਕਰ ਤਿਆਰ ਹੈ ਜਦੋਂ ਵੀ ਵੱਡੇ ਪੱਧਰ ਤੇ ਕੋਈ ਮੋਰਚਾ ਲਾਉਣ ਦਾ ਕੋਈ ਪ੍ਰੋਗਰਾਮ ਪਾਰਟੀ ਮੌਜੂਦਾ ਸਰਕਾਰ ਨੂੰ ਇਹ ਸੁਨੇਹਾ ਦੇਣ ਵਾਸਤੇ ਕਿ ਥੱਲੇ ਤੋਂ ਲੈ ਕੇ ਉੱਤੇ ਤੱਕ, ਵੋਟਰ ਤੋਂ ਲੈ ਕੇ ਸਭ ਪ੍ਰਕਾਸ਼ ਸਿੰਘ ਬਾਦਲ ਤੱਕ ਸਮੁੱਚਾ ਅਕਾਲੀ ਦਲ ਸਭ ਬਿਕਰਮ ਸਿੰਘ ਮਜੀਠੀਆ ਦੇ ਨਾਲ ਚਟਾਨ ਵਾਂਗ ਖੜਾ ਹੈ। ਔਰ ਜਿਹੜੇ ਇਹਨਾਂ ਨੇ ਗੁਨਾਹ ਕੀਤਾ ਪੰਜਾਬ ਦੇ ਲੋਕ ਬਖਸ਼ਣਗੇ ਨਹੀਂ। ਪੰਜਾਬ ਦੇ ਲੋਕ ਅੱਜ ਲਾਹਣਤਾਂ ਪਾ ਰਹੇ ਨੇ। ਸਰਦਾਰ ਬਰਜਿੰਦਰ ਸਿੰਘ ਹਮਦਰਦ ਵਰਗੀ ਸ਼ਖਸੀਅਤ ਜਿਹੜੇ ਐਡੇ ਵੱਡੇ ਸਾਡੇ ਨਾਮਵਰ ਦੇਸ਼ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਵੱਲੋਂ ਲਾਹਣਤਾਂ ਪਾਈਆਂ ਜਾ ਰਹੀਆਂ ਨੇ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਤੋਂ ਡਰਦਿਆਂ ਮਾਰਿਆਂ ਇੱਕ ਧਾਕੜ ਆਗੂ ਨੂੰ ਸ਼ਿਕਾਰ ਬਣਾਉਂਦੇ ਹੋਏ ਆ ਸਭ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਆ ਸ਼ਿਕਾਰ ਬਣਾਇਆ ਗਿਆ, ਝੂਠੇ ਪਰਚੇ ਵਸਾਇਆ ਗਿਆ। ਹੁਣ ਇਹਨਾਂ ਕੋਲ ਜੋ ਹੁੰਦਾ ਕਰ ਲੈਣ, ਸਾਡਾ ਸਿੱਧਾ ਇਹਨਾਂ ਨੂੰ ਚੈਲੰਜ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਉਸ ਤੋਂ ਪਹਿਲਾਂ ਇਸ ਵੱਡੀ ਖਬਰ ਦੇ ਉੱਤੇ ਇੱਕ ਵਾਰ ਫਿਰ ਤੋਂ ਬਣੇ ਹੋਏ ਆ ਅਪਡੇਟ ਕੁਝ ਆ ਰਿਹਾ, ਉਸ ਦਾ ਰੁਖ ਕਰਾਂਗੇ, ਕੋਸ਼ਿਸ਼ ਕਰਾਂਗੇ। ਡਰੱਗ ਕੇਸ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ ਐਫਆਈਆਰ ਹੋਈ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾ ਰਿਹਾ। ਐਸਐਸਪੀ ਦਫ਼ਤਰਾਂ ਦੇ ਬਾਹਰ ਅਕਾਲੀ ਦਲ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ। ਵੱਖ-ਵੱਖ ਥਾਵਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅਕਾਲੀ ਦਲ ਦੇ ਵੱਲੋਂ ਤਾਂ ਡਰੱਗ ਕੇਸ ਦੇ ਵਿੱਚ ਬਿਕਰਮ ਮਜੀਠੀਆ ਨੂੰ ਬੇਲ ਮਿਲਦੀ ਹੈ ਕਿ ਨਹੀਂ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ। ਵੱਡੀ ਖਬਰ ਹੈ ਇਸ ਸਮੇਂ ਦੀ, ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ। ਜੀ ਹਾਂ, ਜੋ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਇਸ ਸਮੇਂ ਕੀਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹਾਂ। ਵੱਡੀ ਖਬਰ ਇਸ ਸਮੇਂ ਦੀ, ਬਿਕਰਮ ਮਜੀਠੀਆ ਦੇ ਉੱਤੇ ਜੋ ਗ੍ਰਿਫਤਾਰੀ ਦੀ ਤਲਵਾਰ ਹੈ ਉਹ ਫਿਲਹਾਲ ਹਟਦੀ ਹੋਈ ਨਜ਼ਰ ਨਹੀਂ ਆ ਰਹੀ। ਤਾਂ ਗ੍ਰਿਫਤਾਰੀ ਨੂੰ ਲੈ ਕੇ ਉਸ ਤੋਂ ਪਹਿਲਾਂ ਹੀ ਅਗਾਊਂ ਜ਼ਮਾਨਤ ਦੀ ਅਰਜ਼ੀ ਲੈ ਕੇ ਬਿਕਰਮ ਮਜੀਠੀਆ ਦੇ ਵਕੀਲ ਪਹੁੰਚ ਗਏ ਸਨ ਮੋਹਾਲੀ ਦੀ ਅਦਾਲਤ ਦੇ ਵਿੱਚ ਤੇ ਬਿਕਰਮ ਮਜੀਠੀਆ ਦੇ ਲਈ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ, ਪਰ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ। ਸੋਮਵਾਰ ਨੂੰ ਬਿਕਰਮ ਮਜੀਠੀਆ ਦੇ ਉੱਤੇ ਡਰੱਗਸ ਮਾਮਲੇ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਮਾਮਲਾ। ਜਿਹੜੀ ਐਫਆਈਆਰ ਦਰਜ ਹੋਈ ਉਸ ਦੇ ਵਿੱਚ ਧਾਰਾ 25, 27A ਤੇ 29 ਧਾਰਾ ਜੋੜੀ ਗਈ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਧਾਰਾਵਾਂ ਐਨਡੀਪੀਐਸ ਐਕਟ ਦੇ ਤਹਿਤ ਜਦੋਂ ਲੱਗਦੀਆਂ ਨੇ, ਐਨਡੀਪੀਐਸ ਐਕਟ ਦੀਆਂ ਧਾਰਾਵਾਂ ਲੱਗਦੀਆਂ ਨੇ ਤਾਂ ਫਿਰ ਗ੍ਰਿਫਤਾਰੀ ਦੇ ਲਈ ਵਾਰੰਟ ਦੀ ਜ਼ਰੂਰਤ ਨਹੀਂ ਹੁੰਦੀ। ਪਰ ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਅਦਾਲਤ ਦੇ ਵਿੱਚ। ਤਰਕ ਦਿੱਤਾ ਗਿਆ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਜਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ, ਇਹ ਇਲਜ਼ਾਮ ਲਗਾਏ ਗਏ ਤੇ ਹੁਣ ਜਾਣਕਾਰੀ ਹੈ ਕਿ ਬਿਕਰਮ ਮਜੀਠੀਆ ਦੀ ਉਹ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਯਾਨੀ ਅਦਾਲਤ ਤੋਂ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ। ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ। ਜੋ ਉਹਨਾਂ ਦੇ ਵੱਲੋਂ ਅਗਾਊਂ ਜ਼ਮਾਨਤ ਵਾਲੀ ਪਟੀਸ਼ਨ ਲੈ ਕੇ ਉਹਨਾਂ ਦੇ ਵਕੀਲ ਪਹੁੰਚੇ ਸਨ ਅਦਾਲਤ ਦੇ ਵਿੱਚ। ਵੱਡੀ ਖਬਰ ਹੈ ਇਸ ਸਮੇਂ ਦੀ, ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਉਣ ਤੋਂ ਬਾਅਦ ਹੁਣ ਰਾਹਤ ਨਹੀਂ ਮਿਲੀ ਹੈ, ਯਾਨੀ ਕਿ ਗ੍ਰਿਫਤਾਰੀ ਦੀ ਤਲਵਾਰ ਇਸ ਸਮੇਂ ਲਟਕ ਰਹੀ ਹੈ। ਬਿਕਰਮ ਮਜੀਠੀਆ ਦੇ ਉੱਤੇ ਸੋਮਵਾਰ ਨੂੰ ਐਫਆਈਆਰ ਦਰਜ ਹੋਈ ਸੀ ਉਹਨਾਂ ਦੇ ਖਿਲਾਫ ਤੇ ਹੁਣ ਤੱਕ ਬਿਕਰਮ ਮਜੀਠੀਆ ਕਿੱਥੇ ਨੇ ਨਹੀਂ ਪਤਾ। ਦੂਜੇ ਪਾਸੇ ਇੱਕ ਐਸਆਈਟੀ 3 ਮੈਂਬਰੀ ਬਣਾਈ ਗਈ ਹੈ। ਤੁਸੀਂ ਸਾਰਾ ਦਿਨ ਬਹਿਸ ਕੀਤੀ ਹੈ, ਕਈ ਤੱਥ ਤੁਸੀਂ ਰੱਖੇ, ਡੀਜੀਪੀ ਤੇ ਵੀ ਨਿਸ਼ਾਨਾ ਸਾਧਿਆ, ਲੇਕਿਨ ਤੁਸੀਂ ਕਹਿ ਰਹੇ ਸੀ ਕਿ ਕੌਨਫੀਡੈਂਟ ਜ਼ਰੂਰ ਹੈ ਕਿ ਸਾਨੂੰ ਜਿਹੜੀ ਹੈ ਰਾਹਤ ਜਿਹੜੀ ਜ਼ਰੂਰ ਮਿਲੇਗੀ, ਲੇਕਿਨ ਹਜੇ ਕੁਝ ਤਰ੍ਹਾਂ ਦੇਖੋ ਜੀ ਸਾਡਾ ਕੰਮ ਦਲੀਲਦਾਰ ਰੱਖਣਾ, ਫੈਸਲਾ ਤਾਂ ਕੋਰਟਸ ਤੇ ਹੈ ਜੀ। ਔਰ ਆਨਰੇਬਲ ਐਡੀਸ਼ਨਲ ਸੈਸ਼ਨ ਜੱਜ ਨੇ ਇਨ ਇਟਸ ਵਿਜ਼ਡਮ ਐਂਟੀਸਿਪੇਟਰੀ ਬਿਲ ਡਿਸਮਿਸ ਕਰਤੀ ਹੈ, ਆਰਡਰ ਹਲੇ ਮਿਲਿਆ ਨਹੀਂ ਹੈ। ਸਰ, ਜਿਸ ਤਰੀਕੇ ਦੇ ਨਾਲ ਆਰਐਸ ਚੀਮਾ ਜੀ ਵੱਲੋਂ 2 ਘੰਟੇ ਬਹਿਸ ਕੀਤੀ ਤੁਹਾਡੇ ਵੱਲੋਂ ਔਰ ਕਿਹਾ ਗਿਆ ਸੀਗਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ, ਉਹ ਤਾਂ ਅਸੀਂ ਹੁਣ ਵੀ ਕਹਿੰਦੇ ਹਾਂ ਜੀ, ਹੈ ਹੀ ਐਬਸੋਲੂਟਲੀ ਪੋਲੀਟੀਕਲ ਮੈਂਡੇਟ ਹੈ। ਕੋਰਟ ਹੁਣ ਹਾਈ ਕੋਰਟ ਜਸਟ ਵਨ ਲੈਵਲ ਜੀ, ਹਲੇ ਤਾਂ ਸਭ ਤੋਂ ਥੱਲੇ ਕੋਰਟ 'ਚ ਹੋਇਆ ਜੀ, ਹਾਈ ਕੋਰਟ ਦਾ ਆਬਵੀਅਸਲੀ ਜੀ, ਹੋਰ ਕਿਸੇ ਜਾਵਾਂਗੇ ਜੀ ਹਲੇ। ਠੀਕ ਹੈ ਡਨ।
ਤਾਂ ਜਿਹੜੇ ਵਕੀਲ ਨੇ ਬਿਕਰਮ ਮਜੀਠੀਆ ਦੇ ਉਹ ਵੀ ਇਲਜ਼ਾਮ ਲਗਾ ਰਹੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਹੈ, ਪੋਲੀਟੀਕਲ ਵੈਂਡੇਟਾ ਇਸ ਪੂਰੇ ਮਾਮਲੇ ਦੇ ਪਿੱਛੇ। ਪਰ ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਹੈ। ਨਾਲ ਹੀ ਜਿਹੜੇ ਬਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਦਾਅਵਾ ਕਰ ਦਿੱਤਾ ਗਿਆ ਕਿ ਹੁਣ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਇਸ ਪੂਰੇ ਮਾਮਲੇ ਦੇ ਵਿੱਚ ਅਰਜ਼ੀ ਲਗਾਈ ਜਾਏਗੀ ਅਗਾਊਂ ਜ਼ਮਾਨਤ ਦੇ ਲਈ, ਹਾਈ ਕੋਰਟ ਦਾ ਰੁਖ ਬਿਕਰਮ ਮਜੀਠੀਆ ਕਰਨਗੇ। ਖੈਰ ਮੋਹਾਲੀ ਦੀ ਅਦਾਲਤ ਤੋਂ ਜ਼ਮਾਨਤ ਅਰਜ਼ੀ ਦੇ ਉੱਤੇ ਰਾਹਤ ਨਹੀਂ ਮਿਲੀ ਹੈ ਬਿਕਰਮ ਮਜੀਠੀਆ ਨੂੰ ਤੇ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ। ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ। ਤੁਹਾਨੂੰ ਦੱਸ ਦਈਏ ਪੂਰਾ ਮਾਮਲਾ ਕੀ ਹੈ। ਸੋਮਵਾਰ ਨੂੰ ਬਿਕਰਮ ਮਜੀਠੀਆ ਦੇ ਖਿਲਾਫ ਡਰੱਗਸ ਦੇ ਕੇਸ ਦਾ ਵਿੱਚ ਇੱਕ FIR ਦਰਜ ਕੀਤੀ ਗਈ ਹੈ। STF ਦੀ ਰਿਪੋਰਟ ਨੂੰ ਆਧਾਰ ਬਣਾਇਆ ਗਿਆ ਤੇ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਬਿਕਰਮ ਮਜੀਠੀਆ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। NDPS ਐਕਟ ਲਗਾਇਆ ਗਿਆ ਹੈ। ਜੋ FIR ਦਰਜ ਕੀਤੀ ਗਈ ਮੋਹਾਲੀ ਦੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ FIR ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਲੋਂ। ਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਵਕੀਲ ਅਰਜ਼ੀ ਲੈ ਕੇ ਪਹੁੰਚੇ ਸੀ ਅਗਾਊਂ ਜ਼ਮਾਨਤ ਦੇ ਲਈ ਮੋਹਾਲੀ ਦੀ ਅਦਾਲਤ ਦੇ ਵਿੱਚ ਤੇ ਤਰਕ ਦਿੱਤਾ ਗਿਆ ਸੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਠੋਸ ਸਬੂਤ ਬਿਕਰਮ ਮਜੀਠੀਆ ਦੇ ਖਿਲਾਫ ਨਹੀਂ ਹੈ। ਉਹ ਇੱਕ ਪੋਲੀਟੀਕਲ ਲੀਡਰ ਨੇ, ਵੱਡੇ ਪੋਲੀਟੀਕਲ ਲੀਡਰ ਨੇ, ਇਸ ਕਰਕੇ ਸਿਆਸੀ ਬਦਲਾਖੋਰੀ ਦੇ ਤਹਿਤ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਹ FIR ਦਰਜ ਹੋਈ ਹੈ। ਤਾਂ ਸਿਆਸਤ ਤੋਂ ਪ੍ਰੇਰਿਤ ਹੈ ਪੂਰਾ ਮਾਮਲਾ ਇਸ ਸਮੇਂ ਕਿਹਾ ਜਾ ਰਿਹਾ ਸੀ। ਮਜੀਠੀਆ ਦੀ ਅਗਾਊਂ ਜ਼ਮਾਨਤ ਜੋ ਲਗਾਈ ਗਈ ਸੀ ਉਸ ਦੇ ਵਿੱਚ ਖੈਰ ਫਿਲਹਾਲ ਜੋ ਜਾਣਕਾਰੀ ਹੈ ਕਿ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਿਜ ਹੋ ਚੁੱਕੀ ਹੈ। ਯਾਨੀ ਫਿਲਹਾਲ ਮੋਹਾਲੀ ਦੀ ਅਦਾਲਤ ਤੋਂ ਤਾਂ ਬਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਜ਼ਰੂਰ ਹਾਈ ਕੋਰਟ ਦਾ ਰੁਖ ਕਰਾਂਗੇ ਇਹ ਸਾਫ਼ ਕੀਤਾ ਗਿਆ ਹੈ ਬਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ। ਉਹ ਲਾਜ਼ਮੀ ਤੌਰ ਤੇ ਹੁੰਦਾ ਜਦੋਂ ਹੇਠਲੀ ਅਦਾਲਤ ਦੇ ਵਿੱਚੋਂ ਕੋਈ ਰਾਹਤ ਨਾ ਮਿਲੇ ਤਾਂ ਉਸ ਤੋਂ ਬਾਅਦ ਉਸ ਤੋਂ ਉੱਤੇ ਦੀ ਅਦਾਲਤ ਦਾ ਰੁਖ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦਾ ਰੁਖ ਕੀਤਾ ਜਾਏਗਾ। ਹਾਈ ਕੋਰਟ ਦੇ ਵਿੱਚ ਜਾ ਕੇ ਦੁਬਾਰਾ ਤਰਕ ਹੋਣਗੇ, ਦੁਬਾਰਾ ਜਿਹੜੇ ਹੋਏਗੀ ਇਸ ਪੂਰੇ ਮਾਮਲੇ ਦੇ ਉੱਤੇ ਬਹਿਸ ਹੋਏਗੀ ਤੇ ਉਸ ਤੋਂ ਬਾਅਦ ਹਾਈ ਕੋਰਟ ਦਾ ਕੀ ਰੁਖ ਹੋਏਗਾ ਉਸ ਦੇ ਉੱਤੇ ਨਜ਼ਰ ਰਹੇਗੀ। ਸਿੱਧਾ ਰੁਖ ਕਰਦੇ ਮੋਹਾਲੀ ਅਦਾਲਤ ਤੋਂ। ਸਾਡੇ ਮੋਹਾਲੀ ਅਦਾਲਤ ਦੇ ਬਾਹਰ ਤੋਂ ਇਸ ਸਮੇਂ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਰਹੇ ਨੇ ਮਨੋਜ ਰਾਠੀ। ਮਨੋਜ, ਰਾਹਤ ਨਹੀਂ ਮਿਲੀ ਹੈ, ਕੀ ਕੁਝ ਜਾਣਕਾਰੀ? ਓਵਰ ਟੂ ਯੂ। ਦੇਖੋ ਬਿਲਕੁਲ ਗੌਰਵ, ਇੱਕ ਵੱਡਾ ਝਟਕਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਵਿਕਰਮ ਮਜੀਠੀਆ ਨੂੰ ਮਿਲਿਆ ਤੇ ਅੱਜ ਪੂਰੇ ਦਿਨ ਦੀ ਕਰੀਬ 4 ਘੰਟੇ ਤੋਂ ਵੀ ਵੱਧ ਤੋਂ ਸਮੇਂ ਦੀ ਅੱਜ ਬਹਿਸ ਚੱਲੀ ਹੈ। ਹਾਲਾਂਕਿ ਉਹਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਇਹ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਇੱਕ ਪੋਲੀਟੀਕਲੀ ਵੈਂਡਾਟਾ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋਈਆਂ, ਲੇਕਿਨ ਬੇਲ ਡਿਸਮਿਸ ਹੋਈ ਹੈ ਤੇ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਯਾਨੀ ਕਿ ਹੁਣ ਹਾਈ ਕੋਰਟ ਦਾ ਰੁਖ ਵਿਕਰਮ ਮਜੀਠੀਆ ਨੂੰ ਕਰਨਾ ਪਏਗਾ ਕਿਉਂਕਿ ਮੋਹਾਲੀ ਕੋਰਟ ਤੋਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਰਾਹਤ ਨਹੀਂ ਮਿਲੀ ਹੈ। ਹਾਲਾਂਕਿ ਸਵੇਰ ਤੋਂ ਲੈ ਕੇ ਅਸੀਂ ਗੱਲ ਕਰੀਏ ਜਿਹੜੇ ਇਹਨਾਂ ਦੇ ਵਕੀਲ ਸੀਗੇ, ਬਚਾਅ ਪੱਖ ਦੇ ਜਿਹੜੇ ਵਕੀਲ ਸੀਗੇ, ਉਹਨਾਂ ਨੂੰ ਲਗਾਤਾਰ ਉਹਨਾਂ ਵੱਲੋਂ DGP ਦੇ ਨਾਲ-ਨਾਲ ਜਿਹੜੇ ਲੀਡਰਸ ਨੇ, ਪੰਜਾਬ ਸਰਕਾਰ ਦੇ ਜਿਹੜੇ ਵੱਡੇ ਲੀਡਰਸ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਜਾਂ ਫਿਰ ਮੁੱਖ ਮੰਤਰੀ ਪੰਜਾਬ ਹੋਵੇ, ਉਹਨਾਂ ਤੇ ਨਿਸ਼ਾਨਾ ਸਾਧਿਆ ਤੇ ਗੱਲ ਕੀਤੀ ਜਾ ਰਹੀ ਸੀ ਕਿ ਸਿਰਫ ਇੱਕ ਪੋਲੀਟੀਕਲੀ ਵੈਂਡਾਟਾ ਗੱਲ ਕੀਤੀ ਜਾ ਰਹੀ ਹੈ। ਜਗਦੀਸ਼ ਭੋਲੇ ਦੀ, ਜਗਦੀਸ਼ ਚਹਿਲ ਦੀ ਤੇ ਹੋਰ ਸੱਤਾ ਮਿੰਦੀ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਰਮੇਸ਼ ਕੌਸ਼ਲ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਪੂਰੇ ਤੱਥ ਦੇ ਆਧਾਰ ਤੇ STF ਦੀ ਰਿਪੋਰਟ ਦੇ ਆਧਾਰ ਤੇ ਇਹ ਮਾਮਲਾ ਦਰਜ ਹੋਇਆ, ਨਵਾਂ ਫਰੈਸ਼ ਮਾਮਲਾ ਦਰਜ ਹੋਇਆ। FIR ਨੰਬਰ 2 ਵਿਕਰਮ ਮਜੀਠੀਆ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਤੇ ਪੂਰਾ ਜਿਹੜਾ ਇੱਕ ਪੂਰਾ ਤੱਥ ਦੇ ਆਧਾਰ ਤੇ 49 ਪੇਜ ਦੀ ਜਿਹੜੀ FIR ਹੋਈ ਹੈ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ, ਕਿਉਂਕਿ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ 27A NDPS ਐਕਟ ਦੀ ਧਾਰਾ ਜਿਹੜੀ 27A ਹੈ ਉਹ ਕਮਰਸ਼ੀਅਲ ਹੁੰਦੀ ਹੈ, ਇਹਦੇ ਵਿੱਚ ਲੋਅਰ ਕੋਰਟ ਤੋਂ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਬੇਲ, ਤੇ ਉਹੀ ਹੋਇਆ ਕਿ ਬੇਲ ਡਿਸਮਿਸ ਹੋਈ ਹੈ ਤੇ ਹੁਣ ਹਾਈ ਕੋਰਟ ਦਾ ਜਿਹੜਾ ਰੁਖ ਹੈ ਉਹ ਵਿਕਰਮ ਮਜੀਠੀਆ ਨੂੰ ਕਰਨਾ ਪਏਗਾ ਕਿ ਅੱਜ ਵੱਡਾ ਝਟਕਾ ਜਿਹੜਾ ਹੈ ਉਹ ਜ਼ਰੂਰ ਲੱਗਿਆ ਹੈ। ਵਕੀਲਾਂ ਨੇ ਸਾਫ਼ ਵੀ ਕਰ ਦਿੱਤਾ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ, ਉੱਤਰ ਦੀ ਅਦਾਲਤ ਦੇ ਵਿੱਚ ਜਾ ਕੇ ਇਸ ਉੱਤੇ ਦੀ ਅਦਾਲਤ ਦੇ ਵਿੱਚ ਜਾ ਕੇ ਇਸ ਪੂਰੇ ਮਾਮਲੇ ਨੂੰ ਚੈਲੰਜ ਕਰਾਂਗੇ ਔਰ ਅਗਾਊਂ ਜ਼ਮਾਨਤ ਦੀ ਅਰਜ਼ੀ ਹੁਣ ਉੱਤੇ ਦੀ ਅਦਾਲਤ ਦੇ ਵਿੱਚ ਲਗਾਈ ਜਾਵੇਗੀ। ਪਰ ਕੀ ਉਸ ਤੋਂ ਪਹਿਲਾਂ ਬਿਕਰਮ ਮਜੀਠੀਆ ਗ੍ਰਿਫਤਾਰ ਹੋਣਗੇ? ਇੱਕ ਵੱਡਾ ਸਵਾਲ ਜ਼ਰੂਰ ਹੈ। ਮਨੋਜ ਫਿਲਹਾਲ ਦੇ ਲਈ ਧੰਨਵਾਦ। ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ।